ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਸ਼ਰਾਬ ਦੇ ਠੇਕੇ ਨੇ ਉਹਨਾਂ ਨੂੰ ਖੋਲ੍ਹਣ ਨੂੰ ਲੈ ਕੇ ਲਗਾਤਾਰ ਪੰਜਾਬ ਦੀ ਸਰਕਾਰ ਵੱਲੋਂ ਕੇਂਦਰ ਦੀ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਸੀਗੀ। ਉਸ ਤੋਂ ਬਾਅਦ ਕੇਂਦਰ ਦੀ ਸਰਕਾਰ ਵੱਲੋਂ ਕੁਝ ਸ਼ਰਤਾਂ ਤੇ ਨਿਯਮਾਂ ਦੀ ਪਾਲਣਾ ਦੇ ਤਹਿਤ ਪੰਜਾਬ ਵਿੱਚ ਵੀ ਠੇਕੇ ਖੋਲ੍ਹਣ ਦੀ ਲਈ ਜਿਹੜਾ ਹੈਗਾ ਸਰਕਾਰ ਨੂੰ ਜਿਹੜਾ ਕਿਹਾ ਗਿਆ ਹੈਗਾ। ਉਸ ਤਹਿਤ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਜਿਹੜਾ ਇੱਕ ਲਗਾਤਾਰ ਸੋਸ਼ਲ ਮੀਡੀਆ ਤੇ ਇੱਕ ਜਿਹੜੀਆਂ ਇੰਸਟਰਕਸ਼ਨਾਂ ਨੇ ਜਿਹੜੀਆਂ ਕਰ ਅਤੇ ਆਬਕਾਰੀ ਵਿਭਾਗ ਵੱਲੋਂ ਜਿਹੜਾ ਹੈਗਾ ਆਪਣੇ ਜਿਹੜੇ DTC ਨੇ ਜਾਂ ATC ਨੇ ਉਹਨਾਂ ਨੂੰ ਕੀਤੀਆਂ ਗਈਆਂ ਨੇ। ਉਹ ਇੰਸਟਰਕਸ਼ਨਾਂ ਦੀ ਕਾਪੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ। ਉਸ ਤੋਂ ਇਲਾਵਾ ਪੰਜਾਬ ਦੀ ਇਹ ਜਿਹੜੀ ਇੱਕ ਪੰਜਾਬ ਦੀ ਕੈਬਨਿਟ ਮੀਟਿੰਗ ਜਿਹੜੀ ਹੈਗਾ 7 ਤਰੀਕ ਨੂੰ ਕੈਪਟਨ ਜਿਹੜਾ ਅਮਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈਗੀ ਆ। ਉਸ ਦੇ ਵਿੱਚ ਵੀ ਸ਼ਰਾਬ ਦੇ ਠੇਕੇ ਖੋਲ੍ਹਣ ਤੇ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ। ਇਸ ਦੇ ਵਿੱਚ ਹੋਰ ਕੀ ਜਿਹੜੀਆਂ ਨਵੀਆਂ ਗੱਲਾਂ ਜਾਂ ਉਹਦੇ ਵਿੱਚ ਵਾਧਾ ਕਰਨ ਦਾ ਵੀ ਕੋਈ ਨਾ ਕੋਈ ਫੈਸਲਾ ਕੀਤਾ ਜਾ ਸਕਦਾ। ਜਿਸ ਤਰ੍ਹਾਂ ਦਿੱਲੀ ਦੀ ਸਰਕਾਰ ਵੱਲੋਂ ਰੇਟ ਦੇ ਵਿੱਚ ਵਾਧਾ ਕੀਤਾ ਗਿਆ, ਹਿਮਾਚਲ ਵੱਲੋਂ ਵੀ ਠੇਕੇ ਖੋਲ੍ਹੇ ਗਏ ਨੇ ਕੁਝ ਸ਼ਰਤਾਂ ਤੇ। ਪੰਜਾਬ ਦੇ ਵਿੱਚ ਕਿੰਨਾ ਸ਼ਰਤਾਂ ਤੇ ਠੇਕੇ ਖੋਲ੍ਹੇ ਜਾਣਗੇ, ਇਸ ਸੰਬੰਧੀ ਲਗਾਤਾਰ ਜਿਹੜੀ ਚਰਚਾ ਬਣੀ ਹੋਈ ਆ। ਸਾਡੇ ਨਾਲ ਵਾਈਨ ਕੰਟਰੈਕਟਰ ਵਰਿੰਦਰ ਸ਼ਰਮਾ ਜੀ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ ਉਹ ਕੀ ਚਾਹੁੰਦੇ ਨੇ। ਹੁਣ ਤੱਕ ਉਹਨਾਂ ਨੂੰ ਕੋਈ ਡਿਪਾਰਟਮੈਂਟ ਵੱਲੋਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਇੰਸਟਰਕਸ਼ਨਾਂ ਆਈਆਂ ਨੇ ਜਾਂ ਸਰਕਾਰ ਵੱਲੋਂ ਕੀ ਉਹਨਾਂ ਨਾਲ ਕੋਈ ਤਾਲਮੇਲ ਕੀਤਾ ਗਿਆ ਹੈਗਾ, ਕਿਸ ਤਰ੍ਹਾਂ ਨਾਲ ਜਿਹੜੇ ਠੇਕੇ ਨੇ 31/3 ਜਿਹੜਾ 2020 ਤੋਂ ਬਾਅਦ ਕਿਸ ਤਰ੍ਹਾਂ ਜਿਹੜੇ ਅਲਾਟਮੈਂਟ ਹੋਈ ਸੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਹੁਣ ਕੀ ਇੰਤਜ਼ਾਰ ਹੈਗਾ ਉਹਨਾਂ ਨੂੰ। ਵਰਿੰਦਰ ਜੀ ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਤਾਂ ਜਿਹੜੀ ਤੁਸੀਂ ਗੱਲ ਹੁਣੇ ਦੱਸ ਰਹੇ ਸੀਗੇ ਵੀ ਸਰਕਾਰ ਨੇ ਕੋਈ ਇੰਸਟਰਕਸ਼ਨਸ ਪਾਸ ਕੀਤੀ, ਨੋ ਡਾਊਟ ਇੱਕ ਕਾਪੀ ਅੱਜ ਸਵੇਰੇ ਸਾਨੂੰ 9:30 ਵਜੇ ਸਾਡੇ WhatsApp ਤੇ ਸਾਡੇ ਕੰਸਰਨਡ ਕਿਸੇ ਆਫੀਸਰ ਨੇ WhatsApp ਤੇ ਪਾਈ ਹੈ ਵੀ ਗਵਰਨਮੈਂਟ ਇਹ ਚਾਹੁੰਦੀ ਹੈ ਵੀ ਕੱਲ੍ਹ ਤੋਂ ਦੁਕਾਨਾਂ ਖੋਲ੍ਹੀਆਂ ਜਾਣ। ਜਿਹੜਾ ਕਿ ਮੈਂ ਸਮਝਦਾ ਕਿ ਅਸੀਂ ਇਹ ਨਹੀਂ ਚਾਹੁੰਦੇ ਵੀ ਅਸੀਂ ਸ਼ਰਾਬ ਦੇ ਠੇਕੇ ਨਾ ਖੋਲ੍ਹੀਏ, ਅਸੀਂ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਤਿਆਰ ਹਾਂ। ਪਰ ਜਿਹੜਾ ਇਸ ਤਰ੍ਹਾਂ ਦਾ ਹੁਕਮ ਹੈ, ਜਿਹੜੀਆਂ ਇੰਸਟਰਕਸ਼ਨਸ ਹੈ, ਉਹ ਅਸੀਂ ਐਪਲੀਕੇਬਲ ਨਹੀਂ ਕਰ ਸਕਦੇ ਇੱਕਦਮ ਹੀ। ਤੁਸੀਂ ਅੱਜ ਸਾਨੂੰ ਕਹਿ ਰਹੇ ਹੋ ਵੀ ਕੱਲ੍ਹ ਠੇਕੇ ਖੋਲ੍ਹ ਦਿਓ, ਇਟ ਇਜ਼ ਪ੍ਰੈਕਟੀਕਲੀ ਨੋਟ ਪੋਸੀਬਲ। ਫਿਰ ਤੁਸੀਂ ਉਹਦੇ 'ਤੇ ਸ਼ਰਤਾਂ ਲਾ ਰਹੇ ਹੋ ਵੀ ਜਿਹੜੀ ਦੁਕਾਨ ਹੈ ਉਹ ਖੋਲ੍ਹੋ, ਉੱਥੇ ਗੋਲੇ ਬਣਾਓ। ਉੱਥੇ ਸਭ ਤੋਂ ਪਹਿਲਾਂ ਇੱਕ ਇੰਸਟਰਕਸ਼ਨ ਦੇ ਵਿੱਚ ਪਾਰਟ ਲਿਖਿਆ ਹੈ ਵੀ 5 ਬੰਦੇ ਉੱਥੇ ਆ ਕੇ ਖੜ੍ਹੇ ਹੋਣ। ਆਪਾਂ ਜਿਵੇਂ ਕਹਿੰਦੇ ਆਪਾਂ ਦਿੱਲੀ, ਹਿਮਾਚਲ ਜਾਂ ਕਿਤੇ ਹੋਰ ਆਪਾਂ ਹਾਲ ਦੇਖਿਆ ਵੀ ਉੱਥੇ ਲਾਈਨਾਂ ਲੱਗੀਆਂ, ਬੁਰੇ ਹਾਲ ਹੈ। ਮੈਂ ਸਮਝਦਾ ਚਲੋ ਜੇ ਇੱਥੇ ਵੀ ਠੇਕੇ ਖੁੱਲ੍ਹਦੇ ਹੈ 5 ਨਹੀਂ 10 ਬੰਦੇ ਵੀ ਆ ਸਕਦੇ, 20 ਵੀ ਆ ਸਕਦੇ ਹੈ, ਕਿਉਂਕਿ ਕਿਸੇ ਦੇ ਵੱਸ ਤਾਂ ਹੈ ਨਹੀਂ। ਪਰ ਸਾਡੇ ਵੱਸ ਨਹੀਂ ਹੈਗਾ ਅਸੀਂ ਦੁਕਾਨ ਖੋਲ੍ਹੀਏ ਅਤੇ ਉੱਥੇ 5 ਬੰਦੇ ਆਉਣ, ਉੱਥੇ 50 ਬੰਦੇ ਵੀ ਆ ਸਕਦੇ। ਹੁਣ ਉੱਥੇ 50 ਬੰਦੇ ਆ ਜਾਣ, ਪੁਲਿਸ ਆਵੇ ਅਤੇ ਪੁਲਿਸ ਸਾਨੂੰ ਫੜੇ ਅਤੇ ਸਾਡੇ 'ਤੇ ਪਰਚਾ ਦੇ ਦੇਵੇ ਵੀ ਕਵੇ ਭਾਈ ਇੱਥੇ 50 ਬੰਦੇ ਆ ਗਏ 5 ਨਹੀਂ, ਇਹ ਸਾਡੇ ਕੰਟਰੋਲ 'ਚ ਥੋੜ੍ਹਾ। ਕੁਛ ਇੱਕ ਇਹੋ ਜਿਹੀਆਂ ਇੰਸਟਰਕਸ਼ਨਾਂ ਡਿਪਾਰਟਮੈਂਟ ਨੂੰ ਪ੍ਰੈਕਟੀਕਲੀ ਪਾਉਣੀਆਂ ਚਾਹੀਦੀਆਂ ਠੇਕੇਦਾਰਾਂ ਨੂੰ ਕੌਨਫੀਡੈਂਸ ਲੈ ਕੇ। ਸਾਡੀ ਡਿਪਾਰਟਮੈਂਟ ਨਾਲ ਗੱਲ ਹੁੰਦੀ ਪਈ ਹੈ, ਅਸੀਂ ਰਾਈਟਿੰਗ ਦੇ ਵਿੱਚ ਵੀ ਇੱਕ ਮੈਮੋਰੈਂਡਮ ਦਿੱਤਾ, ਇੱਥੇ ਵੀ ਦਿੱਤਾ, DTC ਨੂੰ, ETC ਨੂੰ, CM ਆਫਿਸ ਵੀ ਦਿੱਤਾ, ਪ੍ਰਿੰਸੀਪਲ ਸੈਕਟਰੀ ਨੂੰ ਵੀ ਦਿੱਤਾ। ਸਾਡੀ ਜਿਹੜੀ ਐਸੋਸੀਏਸ਼ਨ ਕਹਿ ਲਓ ਜਾਂ ਜਿਹੜੇ ਸਾਡੇ ਠੇਕੇਦਾਰ ਨੇ, ਕੱਲ੍ਹ ਮੇਰੀ ਹੁਸ਼ਿਆਰਪੁਰ ਵੀ ਗੱਲ ਹੋਈ ਹੈ, ਸਾਡੇ ਮਹਾਜਨ ਸਾਹਿਬ ਨਾਲ ਗੱਲ ਹੋਈ ਹੈ, ਸਭ ਨੇ ਇਹੀ ਇੱਕ ਮਤ ਬਣਾਇਆ ਵਾ ਵੀ ਅਸੀਂ ਸਰਕਾਰ ਦੀ ਪਹਿਲਾਂ ਵੇਟ ਕਰਾਂਗੇ ਸਰਕਾਰ ਕੋਲੋਂ ਵੀ ਜਿਹੜੀਆਂ ਅਸੀਂ ਡਿਮਾਂਡਸ ਕੀਤੀਆਂ। ਡਿਮਾਂਡਸ ਅਸੀਂ ਕੀ ਕੀਤੀਆਂ ਵੀ ਇੱਕ ਕੰਮ ਹੁੰਦਾ, ਆਪਾਂ ਦੋਨਾਂ ਨੇ ਇੱਕ ਕੰਮ ਕੀਤਾ, ਆਪਾਂ ਦੋਨਾਂ ਨੇ ਇੱਕ ਕੰਟਰੈਕਟ ਬਣਾ ਲਿਆ। ਉਹ ਕੰਟਰੈਕਟ ਬਣਾ ਲਿਆ 31 ਮਾਰਚ ਤੋਂ ਪਹਿਲਾਂ, ਫਰਵਰੀ ਮਾਰਚ ਵੀ ਆਪਾਂ 1 ਅਪ੍ਰੈਲ ਤੋਂ ਇੱਕ ਕੰਮ ਚਲਾਵਾਂਗੇ ਅਤੇ ਉਹ ਜਿਹੜੀਆਂ ਸ਼ਰਤਾਂ ਇਹ ਹੋਣਗੀਆਂ ਵੀ ਅਸੀਂ ਰੈਵਨਿਊ ਲਵਾਂਗੇ ਤੁਹਾਡੇ ਕੋਲ ਐਗਜ਼ਾਮਪਲ ਫੋਰ 7 ਕਰੋੜ ਰੁਪਇਆ ਜਾਂ 8 ਕਰੋੜ ਰੁਪਇਆ। ਅਸੀਂ ਸੋਚਿਆ ਵੀ ਚਲੋ ਜਿਵੇਂ ਪਿਛਲੇ ਸਾਲ ਕੰਮ ਚੱਲਦਾ ਸੀ ਉੱਦਾਂ ਅਗਲੇ ਸਾਲ ਚੱਲੂਗਾ, ਥੋੜ੍ਹੀ ਬਹੁਤੀ ਸਰਕਾਰ ਦੀ ਇਨਕਰੀਜ਼ ਹੁੰਦੀ ਹੈ ਅਸੀਂ ਦੇ ਦਾਂਗੇ। ਹੁਣ ਕਿਸੇ ਨੂੰ COVID-19 ਦਾ ਜਾਂ ਜੋ ਹਾਲਾਤ ਮਹਾਮਾਰੀ ਦੇ ਹੋਏ ਹੈ ਪੂਰੇ ਸੰਸਾਰ ਦੇ ਵਿੱਚ, ਦੇਖੋ ਨਾ ਸਾਰੀਆਂ ਟ੍ਰੇਨਾਂ ਰੁਕ ਗਈਆਂ, ਸਾਰੇ ਜਹਾਜ਼ ਰੁਕ ਗਏ, ਸਾਰੇ ਇਕੋਨਮੀ ਜਿਹੜੇ ਆਪਣੇ ਲੇਬਰ ਬਾਹਰ ਜਾਣ ਨੂੰ ਫਿਰਦੀ ਹੈ। ਐਡੇ 8 ਲੱਖ ਲੇਬਰ ਲੁਧਿਆਣੇ ਪੰਜਾਬ 'ਚ ਫਿਕਸ ਹੈ, 8 ਮਤਲਬ 8 × 24 25-30 ਲੱਖ ਬੰਦਾ ਬਾਹਰ ਜਾਣਾ। ਹੋਰ ਆਪਣੇ ਇੰਸਟਰਕਸ਼ਨਸ ਆ ਰਹੀਆਂ ਡਾਇਰੈਕਟਲੀ ਇਨਡਾਇਰੈਕਟਲੀ, ਕਿਸੇ ਨੇ ਕਿਸੇ ਬੰਦੇ ਕਿਸੇ ਆਫਿਸਰ ਹੈ ਕਹਿ ਰਿਹਾ ਕਿਸੇ 2000 ਰੁਪਏ ਲੇਬਰ ਨੂੰ ਦੇ ਦਿਓ, ਕੋਈ 5000 ਦੇ ਦਿਓ, ਕੋਈ 1000 ਦੇ ਦਿਓ। ਇਸ ਟਾਈਮ ਜਿਹੜੀ ਪ੍ਰਾਇਰਟੀ ਹੈ ਲੋਕਾਂ ਦੀ, ਕਿਉਂਕਿ ਸ਼ਰਾਬ ਵੀ ਜੇ ਕਿਸੇ ਨੇ ਖਰੀਦਣੀ ਹੈ, ਅਸੀਂ ਠੇਕੇਦਾਰ ਹਾਂ, ਅਸੀਂ ਸ਼ਰਾਬ ਵੀ ਲੋਕਾਂ ਨੇ ਤਾਂ ਖਰੀਦਣੀ ਹੈ, ਪਹਿਲਾਂ ਰੋਟੀ ਖਰੀਦਣੀ ਫਿਰ ਸ਼ਰਾਬ ਖਰੀਦਣੀ ਹੈ। ਸ਼ਰਾਬ ਲਗਜ਼ਰੀ 'ਚ ਆਉਂਦਾ, ਸ਼ਰਾਬ ਨੈਸੈਸਿਟੀ 'ਚ ਨਹੀਂ ਆਉਂਦਾ। ਪਹਿਲਾਂ ਤਾਂ ਅਸੀਂ ਸਮਝਦੇ ਹਾਂ ਵੀ ਲੋਕਡਾਊਨ ਤੱਕ ਠੇਕੇ ਨਹੀਂ ਖੋਲ੍ਹਣੇ ਚਾਹੀਦੇ। ਜਿਹੜਾ ਟਾਈਮ ਦਿੰਦੇ ਹੈ ਵੀ 1 3 ਤੋਂ 4 ਖੋਲ੍ਹ ਲਓ, 1 ਤੋਂ 5 ਖੋਲ੍ਹ ਲਓ, ਕਿਹਦੇ ਕੋਲ ਟਾਈਮ ਹੈ ਵੀ ਪਹਿਲਾਂ ਅਗਲਾ ਆਪਣੇ ਘਰ ਦੇ ਬੱਚਿਆਂ ਦੀ ਰੋਟੀ ਲੈਣ ਜਾਊਗਾ ਜਾਂ ਸ਼ਰਾਬ ਖਰੀਦਣ ਜਾਊਗਾ।
ਅਸੀਂ ਸਰਕਾਰ ਤੋਂ ਡਿਮਾਂਡ ਕੀਤੀ ਹੈ ਵੀ ਤੁਸੀਂ ਇਹ ਸਾਰੀ ਦੀ ਸਾਰੀ ਪਾਲਿਸੀ 2020-21 ਦੀ ਰਿਵਿਊ ਕਰੋ, ਰਿਵਾਈਜ਼ ਕਰੋ, ਸਾਨੂੰ ਦੱਸੋ, ਰਿਵਾਈਜ਼ ਕਰਕੇ ਸਾਨੂੰ ਦੱਸੋ ਵੀ ਤੁਹਾਡਾ ਇੰਨੇ ਕਰੋੜ ਦਾ ਰੈਵਨਿਊ ਸੀ, ਤੁਸੀਂ ਹੁਣ ਇਹ ਸਾਰੀਆਂ ਕੰਡੀਸ਼ਨਾਂ ਨੂੰ ਦੇਖਦੇ ਹੋਏ ਰੈਵਨਿਊ ਘਟਾਓਗੇ। ਸਾਨੂੰ ਜਦੋਂ ਇੱਕ ਸ਼ਰਤਾਂ ਆ ਜਾਣਗੀਆਂ, ਸਾਨੂੰ ਗਵਰਨਮੈਂਟ, ਦੇਖੋ ਅਸੀਂ ਗਵਰਨਮੈਂਟ ਦੇ ਨਾਲ ਆ, ਅਸੀਂ ਗਵਰਨਮੈਂਟ ਦੀ ਕੋਲੈਕਟਿੰਗ ਏਜੰਸੀ ਹਾਂ, ਅਸੀਂ ਰੈਵਨਿਊ ਇਕੱਠਾ ਕਰਕੇ ਦਿੰਦੇ ਹਾਂ, ਅਸੀਂ ਗਵਰਨਮੈਂਟ ਤੋਂ ਬਾਹਰ ਨਹੀਂ ਹੋਣਾ ਚਾਹੁੰਦੇ, ਕਿਉਂਕਿ ਓਬਵੀਅਸਲੀ ਕਿਤੇ ਨਾ ਕਿਤੇ ਸਾਡਾ ਵੀ ਇਹ ਬਿਜ਼ਨਸ ਹੈ। ਪਰ ਬਿਜ਼ਨਸ ਇੱਦਾਂ ਦਾ ਨਾ ਹੋਵੇ ਵੀ ਸਾਡੇ ਸਾਰਿਆਂ ਦੀ ਜਿਹੜੀ ਪੂੰਜੀ ਹੈ ਉਹ ਖਤਮ ਹੋ ਜਾਏ। ਇਸ ਕਰਕੇ ਗਵਰਨਮੈਂਟ ਨੂੰ ਜਿਹੜਾ ਕੰਟਰੈਕਟ ਆਪਾਂ 31 ਮਾਰਚ ਤੋਂ ਪਹਿਲਾਂ ਕੀਤਾ ਸੀ ਤੇ ਹੁਣ ਦੇ ਹਾਲਾਤ ਦੇਖਦੇ ਹੋਏ ਉਹ ਕੰਟਰੈਕਟ ਰਿਵਾਈਜ਼ ਕਰਨਾ ਚਾਹੀਦਾ, ਰਿਵਿਊ ਕਰਨਾ ਚਾਹੀਦਾ। ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਪਤਾ ਹੈ ਬੇਸਿਕ ਲੈਵਲ ਤੇ ਪ੍ਰੈਕਟੀਕਲੀ ਸਾਡੇ ਓਨਰੇਬਲ ਮਿਨਿਸਟਰ ਸਾਹਿਬ ਜਾਂ CM ਸਾਹਿਬ ਨੂੰ ਪਤਾ ਹੋਣਗੀਆਂ, ਸਾਡੇ ਕੈਬਨਿਟ ਮਿਨਿਸਟਰ ਨੂੰ ਪਤਾ ਹੋਣਗੀਆਂ, ਉਹ ਕੰਡੀਸ਼ਨਾਂ ਨੂੰ ਦੇਖ ਕੇ ਪਹਿਲਾਂ ਪਾਲਿਸੀ ਰਿਵਾਈਜ਼ ਕਰਨ, ਸਾਨੂੰ ਦੱਸਣ ਵੀ ਜਿਹੜਾ ਪਿਛਲੇ ਸਾਲ ਦਾ 9 ਦਿਨ ਦਾ ਘੱਟ ਹੈ ਉਹ ਕਿੱਦਾਂ ਪੂਰਾ ਹੋਊਗਾ, ਜਾਂ ਹੁਣ ਜਿਹੜਾ ਮਹੀਨਾ ਸਵਾ ਮਹੀਨਾ ਲੰਘ ਗਿਆ ਇਹਦਾ ਘਾਟਾ ਕਿੱਦਾਂ ਪੂਰਾ ਹੋਊਗਾ। ਪਲੱਸ ਸਾਨੂੰ ਇਹ ਦੱਸਣ ਵੀ ਅੱਗੋਂ ਸਾਨੂੰ ਇਹ ਰਿਆਇਤਾਂ ਮਿਲਣਗੀਆਂ ਤਾਂ ਕਿ ਤੁਸੀਂ ਕੰਟਰੈਕਟ ਚਲਾਓ, ਠੇਕਾ ਚਲਾਓ ਤੇ ਅਸੀਂ ਤੁਹਾਡੇ ਨਾਲ ਖੜੇ ਹਾਂ, ਨਾ ਕਿ ਸਾਡੇ ਤੇ ਕੋਈ ਇਹੋ ਜਿਹੀ ਬਾਉਂਡੇਸ਼ਨ ਕਰੋ, ਸਾਡੇ ਤੇ ਕੋਈ ਇਹੋ ਜਿਹੀਆਂ ਚੀਜ਼ਾਂ ਫੋਰਸ ਕਰੋ ਕਿ ਅਸੀਂ ਉਹ ਕੰਮ ਹੀ ਨਾ ਕਰ ਸਕੀਏ। ਜਿਵੇਂ ਇਹਨਾਂ ਨੇ ਉਹਦੇ ਵਿੱਚ ਕਿਹਾ ਹੋਮ ਡਿਲੀਵਰੀ ਦੀ ਵੀ ਗੱਲ ਕੀਤੀ ਹੈ, ਕੁਝ ਸ਼ਰਤਾਂ ਦੇ ਨਾਲ ਹੋਮ ਡਿਲੀਵਰੀ ਤੇ ਕੁਝ ਜਿਹੜੇ ਏਰੀਏ ਇਸ ਤਰ੍ਹਾਂ ਦੇ ਨੇ ਜਿਵੇਂ ਹੌਟ ਸਪੌਟ ਵੀ ਨੇ, ਜਿਵੇਂ ਲੁਧਿਆਣਾ ਰੈੱਡ ਜ਼ੋਨ 'ਚ ਕੁਝ ਏਰੀਏ ਦੇ ਵਿੱਚ ਉੱਥੇ ਠੇਕੇ ਨਾ ਖੋਲ੍ਹਣ ਦਾ ਵੀ ਹੈਗਾ, ਉਹ ਵੀ ਕਿਤੇ ਨਾ ਕਿਤੇ ਅਸਰ ਪਊਗਾ। ਤੇ ਜੇਕਰ ਸ਼ਰਤਾਂ ਤੁਹਾਡੇ ਤੇ ਥੋਪੀਆਂ ਜਾਂਦੀਆਂ ਨੇ ਤਾਂ ਤੁਹਾਡਾ ਕਿਸ ਤਰ੍ਹਾਂ ਦਾ ਫੈਸਲਾ ਹੋਊਗਾ? ਦੇਖੋ, ਜਿਹੜੀ ਹੋਮ ਡਿਲੀਵਰੀ ਵਾਲੀ ਗੱਲ ਹੈ ਨਾ, ਹੋਮ ਡਿਲੀਵਰੀ ਵਾਲੀ ਗੱਲ ਹੈ ਵੀ ਐਜ਼ ਫਾਰ ਐਜ਼ ਲੁਧਿਆਣਾ ਇਜ਼ ਕੰਸਰਨ, ਇਹ ਇੰਡਸਟਰੀਅਲ ਟਾਊਨ ਹੈ। ਇੱਥੇ ਸਵਾਏ 3-4 ਸੁਸਾਇਟੀਆਂ ਤੋਂ, ਜਿਵੇਂ ਸਰਾਭਾ ਨਗਰ ਲਾ ਲਓ, BRS ਨਗਰ ਲਾ ਲਓ, ਕਿਚਨ ਨਗਰ ਲੈ ਲਓ, 3-4 ਏਰੀਆ ਤੋਂ ਇਲਾਵਾ ਕਿਸੇ ਦੇ ਹਾਊਸ ਨੰਬਰ ਇੱਦਾਂ ਦੇ ਨਹੀਂ ਲੱਗੇ ਹੋਏ ਵੀ ਆਪਾਂ ਘਰ 'ਚ ਜਾ ਕੇ ਸ਼ਰਾਬ ਦੇ ਆਈਏ। ਕਿਤੇ ਕਿਤੇ ਜਿਵੇਂ ਸ਼ਹਿਰ 'ਚ ਗਲੀਆਂ ਛੋਟੀਆਂ, ਕਾਰ ਦਿੰਦੇ ਆ, ਮੋਟਰਸਾਈਕਲ ਦਿੰਦੇ ਆ, 2-2 ਬੰਦੇ ਅਲਾਓ ਕਰਨੇ ਆ। ਕਿਹੜਾ ਬੰਦਾ ਰਾਤ ਨੂੰ, ਦੇਖੋ ਹਾਲਾਤ ਕੀ ਨੇ, ਹਾਲਾਤ ਮੈਂ ਕਹਿੰਦਾ ਸਰਕਾਰ ਜਦੋਂ ਇਹ ਸੋਚਦੀ ਹੈ ਵੀ ਮੈਨੂੰ ਰੈਵਨਿਊ ਆਵੇ, ਸਰਕਾਰ ਰੈਵਨਿਊ ਲੈਣਾ ਸਰਕਾਰ ਦਾ ਫਰਜ਼ ਹੈ, ਕਿਉਂਕਿ ਰੈਵਨਿਊ ਦੇ ਨਾਲ ਹੀ ਸਰਕਾਰਾਂ ਚੱਲਦੀਆਂ। ਪਰ ਰੈਵਨਿਊ ਇਸ ਬੇਸ 'ਤੇ ਲਿੱਤਾ ਜਾਵੇ ਕਿ ਜੋ ਹਾਲਾਤ ਬਣੇ ਆ ਕੋਵਿਡ-19 ਦੇ, ਉਸ ਬੇਸ 'ਤੇ ਵੀ ਲੋਕਾਂ ਨੂੰ ਆਪਾਂ ਸ਼ਸ਼ੋਪੰਚ 'ਚ ਪਾ ਦਈਏ, ਲੋਕਾਂ ਨੂੰ ਆਪਾਂ ਕਿਸੇ ਪ੍ਰੋਬਲਮ 'ਚ ਕ੍ਰੀਏਟ ਕਰ ਦਈਏ, ਕਿਉਂਕਿ ਇਹ ਹਾਲਾਤ ਇੱਦਾਂ ਦੇ। ਅੱਜ ਕੱਲ੍ਹ ਕੋਈ ਟੈਸਟ, ਆਪਾਂ ਕਰੋਨਾ ਦਾ ਇੱਕ ਟੈਸਟ ਕਰਾ ਲਓ, ਕਿਸੇ ਨੂੰ ਕੁਛ ਆ ਗਿਆ, ਕਿਸੇ ਨੂੰ ਕੁਛ ਆ ਗਿਆ, ਇੱਕ ਦੇ ਨਾਲ 50 ਹੋ ਜਾਂਦੇ, 50 ਨਾਲ 500 ਹੋ ਜਾਂਦੇ ਆ। ਆਪਾਂ ਲੋਕਾਂ ਨੂੰ ਪ੍ਰੋਬਲਮ 'ਚ ਨਾ ਪਾਈਏ। ਹੋਮ ਡਿਲੀਵਰੀ 'ਚ ਕਿਸੇ ਦਾ ਹੱਥ ਕਿੱਥੇ ਲੱਗਿਆ, ਕਿਸੇ ਦਾ ਹੱਥ ਕਿੱਥੇ ਲੱਗਿਆ ਵਾ। ਹੋਮ ਡਿਲੀਵਰੀ ਤਾਂ ਅਸੀਂ ਸਾਰੇ ਠੇਕੇਦਾਰਾਂ ਨੇ ਫੈਸਲਾ ਕੀਤਾ ਵੀ 100% ਅਸੀਂ ਇਸ ਗੱਲ 'ਤੇ ਐਗਰੀ ਨਹੀਂ ਹੈਗੇ। ਕੱਲ੍ਹ ਸਾਡੀ ਮੀਟਿੰਗ ਹੋਈ ਸੀ, ਅਸੀਂ ਕਿਹਾ ਵੀ ਅਸੀਂ ਹੋਮ ਡਿਲੀਵਰੀ ਦੇ ਪੱਖ ਨਹੀਂ ਹੈਗੇ। ਅਸੀਂ ਜੇ ਸਾਡੀ ਇਹ ਗੱਲ ਤੁਸੀਂ ਕਿਸੇ ਹਾਇਰ ਲੈਵਲ 'ਤੇ ਪਹੁੰਚਾਉਂਦੇ ਹੋ ਤਾਂ ਸਾਡੀ ਇਹ ਗੱਲ ਪਹੁੰਚਾਓ ਵੀ 100% ਪੰਜਾਬ ਦਾ ਠੇਕੇਦਾਰ, ਮੈਂ ਤੁਹਾਨੂੰ ਕਿਸੇ ਬੇਸ 'ਤੇ ਕਹਿ ਰਿਹਾ, ਕਿਸੇ ਸੋਰਸ 'ਤੇ ਕਹਿ ਰਿਹਾ ਕਿ ਪੰਜਾਬ ਦਾ ਠੇਕੇਦਾਰ ਹੋਮ ਡਿਲੀਵਰੀ ਦੇ ਪੱਖ ਦੇ ਵਿੱਚ ਨਹੀਂ ਹੈਗਾ। ਇਹ ਤਾਂ ਇਮੀਡੀਏਟਲੀ ਕਲੌਜ਼ ਜਾਂ ਇੰਸਟਰਕਸ਼ਨ ਜੇ ਕੱਲ੍ਹ ਨੂੰ ਕੈਬਨਿਟ 'ਚ ਵੀ ਆਉਂਦੀ ਹੈ ਤੇ ਅਸੀਂ ਇਹਨੂੰ ਡਿਸਐਗਰੀ ਕਰਦੇ ਹਾਂ। ਇਹ ਹੁਣੇ ਕੋਈ ਨਾ ਕੋਈ ਇਹਦੇ 'ਤੇ ਰਿਵਾਈਜ਼ ਕਰਨਾ ਚਾਹੀਦਾ, ਕਿਉਂਕਿ ਇਹਦੇ ਨਾਲ ਜਿਹੜੇ ਬੰਦੇ ਇਸ ਕੰਮ 'ਚ ਲੱਗ ਜਾਣਗੇ ਉਹ ਬੰਦਿਆਂ ਨੂੰ ਆਦਤਾਂ ਪੈ ਜਾਣਗੀਆਂ, ਕੱਲ੍ਹ ਨੂੰ ਸਰਕਾਰ ਨੂੰ ਬੜੀ ਪ੍ਰੋਬਲਮ ਆਊਗੀ। ਇਹੀ ਬੰਦੇ ਕੱਲ੍ਹ ਨੂੰ ਹੋਰ ਨਜਾਇਜ਼ ਤਰੀਕੇ ਨਾਲ ਸ਼ਰਾਬ ਵੇਚਣ ਦੀ ਕੋਸ਼ਿਸ਼ ਕਰਨਗੇ, ਜਿਹਦਾ ਨੁਕਸਾਨ ਸਾਨੂੰ ਤਾਂ ਹੋਣਾ ਹੀ ਹੋਣਾ, ਐਕਸਾਈਜ਼ ਡਿਪਾਰਟਮੈਂਟ ਨੂੰ ਵੀ ਹੋਣਾ। ਤੇ ਜੇਕਰ ਕੈਬਨਿਟ ਦੇ ਵਿੱਚ ਫੈਸਲਾ ਲਿਆ ਜਾਂਦਾ, ਰੇਟ ਵਧਾਏ ਜਾਂਦੇ ਨੇ, ਜਿਵੇਂ ਦਿੱਲੀ ਦੇ ਵਿੱਚ ਰੇਟ ਵਧਾਏ ਗਏ ਨੇ, ਉਹ ਵੀ ਕਿਤੇ ਨਾ ਕਿਤੇ ਅਸਰ ਪਊਗਾ। ਉਹਦੇ ਵੀ ਤੁਹਾਡੇ ਵੱਲੋਂ ਕੋਈ ਨਾ ਕੋਈ ਸਰਕਾਰ ਨੂੰ ਕੋਈ ਆਪਣਾ ਮੈਮੋਰੰਡਮ ਦਿੱਤਾ ਜਾਊਗਾ ਜਾਂ ਇਸ 'ਤੇ ਕੁਝ ਸਖਤ ਫੈਸਲਾ ਲਿਆ ਜਾਊ, ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਠੇਕੇ ਨਾ ਚਲਾਉਣ ਦਾ ਉਹ ਕੀਤਾ ਗਿਆ ਫੈਸਲਾ, ਤੁਹਾਡੇ ਵੱਲੋਂ ਕੁਝ? ਦੇਖੋ, ਮੱਧ ਪ੍ਰਦੇਸ਼ ਦੇ ਵਿੱਚ ਵੀ ਜਿਹੜਾ ਫੈਸਲਾ ਵਾਈਨ ਐਸੋਸੀਏਸ਼ਨ ਨੇ ਲਿੱਤਾ ਹੈ, ਉਹਨਾਂ ਦੀ ਵੀ ਆਲਮੋਸਟ ਸਾਡੇ ਵਾਲੀਆਂ ਗੱਲਾਂ ਹੀ ਸੇਮ ਸੀਗੀਆਂ। ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਆ, ਅਸੀਂ ਵੀ ਗਵਰਨਮੈਂਟ ਨੂੰ ਕਹਿੰਦੇ ਹਾਂ ਵੀ ਆਰ ਵਿਦ ਯੂ। ਅਸੀਂ ਕਹਿੰਦੇ ਹਾਂ ਵੀ ਆਪਾਂ ਇਹਨੂੰ ਰਿਵਾਈਜ਼ ਕਰੀਏ, ਆਪਾਂ ਇੱਕ ਟੇਬਲ 'ਤੇ ਬੈਠੀਏ, ਭਾਵੇਂ ਆਪਾਂ ਫੋਨ ਦੇ ਜ਼ਰੀਏ ਬੈਠੀਏ, ਕਿਸੇ ਤਰੀਕੇ ਦੂਰ ਬੈਠ ਕੇ ਵੀ ਤਾਂ ਮੀਟਿੰਗ ਹੋ ਸਕਦੀ ਹੈ, ਵੀ ਸਾਨੂੰ ਕੌਨਫੀਡੈਂਸ ਲਿੱਤਾ ਜਾਵੇ ਵੀ ਇਹ ਚੀਜ਼ਾਂ ਹੋਣਗੀਆਂ, ਅਸੀਂ ਤਿਆਰ ਹਾਂ। ਮੱਧ ਪ੍ਰਦੇਸ਼ ਤਾਂ ਨਹੀਂ ਚਲਾ ਰਿਹਾ ਕਿਉਂਕਿ ਸਰਕਾਰ ਨੇ ਹਾਲੇ ਕੋਈ ਪੋਜੀਸ਼ਨ ਉੱਥੇ ਰਿਵਿਊ ਨਹੀਂ ਕੀਤਾ। ਇੱਥੇ ਗਵਰਨਮੈਂਟ ਨੇ ਕੱਲ੍ਹ ਰਿਵਿਊ ਕਰਨਾ ਹੈ, ਰਿਵਿਊ ਕਰਕੇ ਕੀ ਪਾਲਿਸੀ ਆਉਂਦੀ ਹੈ, ਕੀ ਸਿਸਟਮ ਆਉਂਦਾ, ਅਸੀਂ ਆਪਣੀ ਕੈਲਕੂਲੇਸ਼ਨ ਕਰਾਂਗੇ। ਜੇ ਸਾਨੂੰ ਠੀਕ ਹੋਊਗਾ ਤਾਂ ਅਸੀਂ ਕਰਾਂਗੇ, ਤੇ ਨਹੀਂ ਤਾਂ ਨਹੀਂ ਕਰਾਂਗੇ। ਜੇਕਰ ਰੇਟ ਵੱਧਦੇ ਨੇ ਫਿਰ ਵੀ ਕੋਈ ਤੁਹਾਡੇ ਵੱਲੋਂ? ਹਾਂ, ਦੇਖੋ, ਰੇਟ ਵਧਣ ਦੇ ਨਾਲ ਤੁਸੀਂ ਹਾਲਾਤ ਇਹ ਵੈ, ਸਾਨੂੰ ਰੇਟ ਵਧਣ ਨਾਲ ਕੋਈ ਫਰਕ ਨਹੀਂ ਪੈਣਾ। ਇੱਕ ਬੋਤਲ ਮੰਨ ਲਓ 500 ਦੀ ਵਿਕਦੀ ਹੈ, ਕੱਲ੍ਹ ਨੂੰ ਸਰਕਾਰ ਕਹਿੰਦੀ ਉਹ 560 ਦੀ ਵੇਚੋ, ਕਿਉਂਕਿ ਅਸੀਂ ਤਾਂ ਗਵਰਨਮੈਂਟ ਦੇ ਬਾਉਂਡ ਹੋ ਜਾਵਾਂਗੇ। ਕਿਉਂਕਿ ਜਿਹੜੇ ਇਹ ਠੇਕੇ ਖੋਲ੍ਹੇ ਜਾਂਦੇ ਆ, ਮੈਂ ਤੁਹਾਨੂੰ ਦੱਸ ਦਵਾਂ ਵੀ ਠੇਕੇ ਗਵਰਨਮੈਂਟ ਹੀ ਖੁਲਾਉਂਦੀ ਹੈ। ਅਸੀਂ ਆਪਣੀ ਮਰਜ਼ੀ ਨਾਲ ਨਾ ਤਾਂ ਠੇਕਾ ਖੋਲ੍ਹ ਸਕਦੇ ਹਾਂ, ਨਾ ਅਸੀਂ ਬੰਦ ਕਰ ਸਕਦੇ।
ਗਵਰਨਮੈਂਟ ਹੀ ਖੁਲਾਉਂਦੀ ਹੈ। ਤਾਂ ਇਸ ਕਰਕੇ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਇੱਦਾਂ ਦੀ ਪਾਲਿਸੀ ਬਣਾਉਣ। ਜੇ ਗਵਰਨਮੈਂਟ ਨੇ 10 ਰੁਪਏ 20 ਰੁਪਏ 50 ਰੁਪਏ ਇਨਕਰੀਜ਼ ਕਰਨੀ ਹੈ, ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ। ਨੋ ਡਾਊਟ ਉਹਦੇ ਨਾਲ ਸਰਕਾਰ ਦਾ ਰੈਵਨਿਊ ਚੱਲੂਗਾ, ਸਰਕਾਰਾਂ ਚੱਲਣਗੀਆਂ। ਜੋ ਹਾਲਾਤ ਕਰੋਨਾ ਕਰਕੇ ਹੋਇਆ ਹੈ, ਕਿਤੇ ਨਾ ਕਿਤੇ ਭਲੇ ਲਈ ਪੈਸੇ ਖਰਚੇ ਜਾਣਗੇ, ਇਹ 'ਚ ਕੋਈ ਦੋ ਰਾਏ ਨਹੀਂ। ਲੇਕਿਨ ਕੀ ਉਹ ਬਾਇੰਗ ਪਾਵਰ, ਜੋ ਇਕੋਨਮੀ ਦਾ ਹਾਲ ਹੈ, ਕੀ ਉਹ ਬਾਇੰਗ ਪਾਵਰ ਕਿਸੇ ਉਸ ਬੰਦੇ ਦੀ ਹੈਗੀ ਹੈ ਜਿਹਨੇ ਸ਼ਰਾਬ ਲੈਣੀ ਹੈ ਕਿ ਨਹੀਂ ਲੈਣੀ? ਇਹ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਕੈਬਨਿਟ ਨੂੰ ਫੈਸਲਾ ਲੈਣਾ ਚਾਹੀਦਾ ਸਾਡੇ। ਬਿਲਕੁਲ, ਇਹ ਸਾਨੂੰ ਵਾਈਨ ਕੰਟਰੈਕਟਰ ਵਰਿੰਦਰ ਸ਼ਰਮਾ ਜੀ ਨੇ ਦੱਸਿਆ। ਸਭ ਤੋਂ ਵੱਡੀ ਗੱਲ ਆ ਜੀ, ਹੋਮ ਡਿਲੀਵਰੀ ਦਾ ਜਿਹੜਾ ਇੱਕ ਫੈਸਲਾ ਜੇ ਸਰਕਾਰ ਲੈਣ ਜਾ ਰਹੀ ਹੈ, ਜਿਹੜੀਆਂ ਇੰਸਟਰਕਸ਼ਨਾਂ ਦੀ ਇੱਕ ਲੈਟਰ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਆ ਜਾਂ ਅਫਸਰਾਂ ਵੱਲੋਂ ਇਹਨਾਂ ਨੂੰ ਆਈ ਆ, ਇਹ ਉਹਦੇ ਬਿਲਕੁਲ ਸਖਤ ਪੰਜਾਬ ਦੇ ਵਿੱਚ ਵਿਰੋਧ 'ਚ ਨੇ। ਬਿਲਕੁਲ ਹੋਮ ਡਿਲੀਵਰੀ ਨਹੀਂ ਦਿੱਤੀ ਜਾਊਗੀ। ਅਤੇ ਦੂਸਰਾ, ਜੋ ਕੁਛ ਸਮੱਸਿਆਵਾਂ ਨੇ ਕੰਟਰੈਕਟਰ ਨੂੰ ਨੇ, ਜੋ ਪਹਿਲਾਂ ਇਹਨਾਂ ਨਾਲ ਕੰਟਰੈਕਟ ਕੀਤਾ ਗਿਆ ਸੀਗਾ, ਉਸ ਦੇ ਵਿੱਚ ਵੀ ਇਹ ਵੱਡੀਆਂ ਰਾਹਤਾਂ ਦੀ ਮੰਗ ਕਰ ਰਹੇ ਤਾਂ ਜੋ ਉਹਨਾਂ ਨੂੰ ਕੋਈ ਵੱਡੀ ਰਾਹਤ ਦਿੱਤੀ ਜਾਵੇ, ਤਾਂ ਜੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਠੇਕੇ ਚਲਾ ਸਕਣ। ਦੂਸਰਾ, ਜਿਹੜਾ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਤੇ ਹਿਮਾਚਲ 'ਚ ਹੋਇਆ, ਲੰਬੀਆਂ ਲਾਈਨਾਂ ਲੱਗ ਗਈਆਂ, ਕੰਟਰੋਲ ਕਰਨਾ ਔਖਾ ਹੋਇਆ ਲੋਕਾਂ ਨੂੰ ਜਿਹੜਾ ਸ਼ਰਾਬ ਖਰੀਦਣ ਮੌਕੇ, ਤੇ ਇਹਨਾਂ ਨੇ ਇੱਥੇ ਕਿਹਾ ਇੱਥੇ ਕੋਈ ਸਖਤ ਕੋਈ ਇਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਕੀਤੇ ਜਾਣ ਤਾਂ ਜੋ ਕੰਟਰੈਕਟਰ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਦੂਸਰਾ, ਜੋ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਆ ਉਸ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਮੈਮੋਰੰਡਮ ਦਿੱਤਾ ਗਿਆ ਹੈਗਾ ਕਰ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਥਰੂ, ਉਹਦੇ 'ਤੇ ਗੌਰ ਕਰਨ ਲਈ ਵੀ ਕਿਹਾ ਗਿਆ ਤਾਂ ਜੋ ਠੇਕੇਦਾਰ ਨੂੰ ਵੱਡੀ ਰਾਹਤ ਮਿਲ ਸਕੇ ਤੇ ਠੇਕੇਦਾਰ ਆਪਣਾ ਕੰਮ ਆਸਾਨੀ ਨਾਲ ਕਰ ਸਕਣ। ਲੁਧਿਆਣਾ ਤੋਂ ਕੈਮਰਾ ਪਰਸਨ ਪ੍ਰਕਾਸ਼।